पंजाब वालियों ਆਪਾਂ देख रहे हैं कि 10 दिन नहीं पैंदे कोई ना कोई पंजाब का नौजवान गोली का शिकार हो रहा है। जो एक नौजवान मरदा है उसकी जिम्मेवारी फेसबुक उत्ते चक ली जाती है कि हाँ असीं मारिया, असीं अपने फलाने भरा का बदला लिया। फिर दूजा ग्रुप अगे एक पोस्ट पालदा कि कोई गल नहीं, देखो लीक करो, तुसीं साडा एक मारिया असीं तुहाडे 4 मारांगे। किवें एक नौजवान दे गोलियां मारियां जांदियां, किवें बेचारा वो अपनी जान बचाउण दी भज के कोशिश करदा पर नहीं बचा सकिया। की रौला सी बई? कोई इज्जत दा रौला है, कोई कुड़ी कतरी दा रौला है, कोई जमीन का, कोई वट का, कोई खाल का रौला है। रौले है काहदे आ यार? कदे ये भी पोस्ट पा दो, साझी कर दो, कदे ये भी लिख दो कि हाँ बई साडा आ रौला सी, इस नूं तां मारिया है। आ जिहड़े सियासतदान ने यही पैदा करते ने, यही अपने कामां लई वरतदे ने, यही बर्बाद ही दिंदे ने। कल संस्कार सीगा, कल इन्हां ने 12-13 बंदियां नूं इंचार्ज लाया, हल्कियां दे किट्टे दित्तियां हिसाब दे नाल, लड्डू वंडे गए, फोटोआं पाईआं सोशल मीडिया दे उत्ते। ये इन्ना दुख मनाउंदे आ। ਪੰਜਾਬ ਵਿੱਚ ਕੁਝ ਸਮੇਂ ਤੋਂ ਗੈਂਗਵਾਰਾਂ ਦਾ ਸ਼ਿਕਾਰ ਹੋ ਰਹੇ ਨੌਜਵਾਨਾਂ ਦਾ ਮਸਲਾ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਵਿੱਚ 3-4 ਨੌਜਵਾਨ ਇਸ ਦੀ ਭੇਟ ਚੜ੍ਹ ਚੁੱਕੇ ਨੇ। ਫਿਰ ਭਾਵੇਂ ਉਹ ਕੁਲਬੀਰ ਨਰੂਆਣਾ ਹੋਵੇ, ਗੁਰਲਾਲ ਪਹਿਲਵਾਨ ਹੋਵੇ ਜਾਂ ਫਿਰ ਵਿੱਕੀ ਮਿੱਡੂ ਖੇੜਾ, ਆਏ ਦਿਨ ਕੋਈ ਨਾ ਕੋਈ ਨੌਜਵਾਨ ਇਹਨਾਂ ਗੈਂਗਵਾਰਾਂ ਦਾ ਸ਼ਿਕਾਰ ਹੋ ਜਾਂਦਾ ਹੈ। ਉਧਰ ਆਏ ਦਿਨ ਹੋ ਰਹੇ ਇਹਨਾਂ ਕਤਲਾਂ ਤੇ ਲੱਖਾ ਸਿਧਾਣਾ ਨੇ ਗੈਂਗਸਟਰਾਂ ਤੋਂ ਲੈ ਕੇ ਸਿਆਸੀ ਲੀਡਰਾਂ ਤੱਕ ਗੰਭੀਰ ਇਲਜ਼ਾਮ ਲਾਏ ਨੇ। ਲੱਖਾ ਸਿਧਾਣਾ ਨੇ ਕਤਲ ਕਰਨ ਤੋਂ ਬਾਅਦ ਫੇਸਬੁੱਕ ਉੱਪਰ ਪੋਸਟਾਂ ਪਾਉਣ ਵਾਲੇ ਗੈਂਗਸਟਰਾਂ ਨੂੰ ਇਸ ਪ੍ਰਤੀ ਸੋਚਣ ਦੀ ਤਾਕੀਦ ਕੀਤੀ ਹੈ। ਦੇਖਦਾ ਕਿ ਕੋਈ ਪੰਜਾਬ ਦਾ ਪੁੱਤ ਮਰਦਾ ਤੇ ਉਸ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੀਆਂ ਜਿਹੜੀਆਂ ਚੀਕਾਂ ਨੇ, ਮਾਵਾਂ ਦੀਆਂ ਭੈਣਾਂ ਦੇ ਜਿਹੜੇ ਕੀਰਨੇ ਨੇ, ਉਹਨਾਂ ਦਾ ਜਿਹੜਾ ਦੁੱਖ ਆ, ਦਰਦ ਆ, ਜਿਹੜਾ ਹਰ ਉਸ ਇਨਸਾਨ ਦੇ ਹਿਰਦੇ ਨੂੰ ਬਲੁੰਦਰ ਜਾਂਦਾ ਜਿਹੜਾ ਬੰਦਾ ਮਨੁੱਖਤਾ ਪ੍ਰਤੀ, ਇਨਸਾਨੀਅਤ ਪ੍ਰਤੀ ਪਿਆਰ ਕਰਦਾ ਹੈ। पंजाब वालियों ਆਪਾਂ देख रहे हैं कि 10 दिन नहीं पैंदे कोई ना कोई पंजाब का नौजवान गोली का शिकार हो रहा है। चाहे कुलबीर नरूआणा होवे, चाहे राणा कंदवालिया होवे, चाहे जिहड़ा हुण मुंडा जिहदी परसों मौत हुई है विक्की मिड्डू खेड़े वाला, जां उदों पहला जिहड़े सैकड़े नौजवान गोली राही मरे ने। तां ये हालात ने जिहड़े पंजाब दे क्यों बन गए? इन्हां हालातां दे कौन लोग जिम्मेवार ने? इन्हां हालातां दे जिहड़ी पिछे कहानी है वो है की आ? इहनूं समझण दी लोड़ है, इहनूं विचारन दी लोड़ है। अज आपां देखदे हां कि जदों एक नौजवान मरदा है उसकी जिम्मेवारी फेसबुक उत्ते चक ली जाती है कि हाँ असीं मारिया, असीं अपने फलाने भरा का बदला लिया। फिर दूजा ग्रुप अगे एक पोस्ट पालदा कि कोई गल नहीं, देखो लीक करो, तुसीं साडा एक मारिया असीं तुहाडे 4 मारांगे। फिर कुछ दिनों बाद किसी होर नौजवान की मौत हुंदी है गोली दे नाल, फिर वो जिम्मेवारी चक लेंदे ने कि लो असीं अपने भरा का बदला ले लिया। किहड़े बदले आ? किहड़े चक्करां च पए हो? की रौला की है? काहदे पिछे असीं एक दूजे दे खून दे प्यासे होए आ? एक गल मैं तुहानूं दस दिना, पिछला जिन्ना इतिहास है चक के देख लो कि ਜਿਹੜੇ इंसान ने किसी बंदे नूं मारिया ਜਾਂ मरवाया
ਉਹ ਕਦੇ ਸੁੱਖ ਦੀ ਨੀਂਦ ਨਹੀਂ ਸੁੱਤਾ ਗਿਆ। ਉਹ ਵੀ ਗੋਲੀ ਦੇ ਸ਼ਿਕਾਰ ਹੋਇਆ। ਉਹ ਵੀ ਉਹੀ ਰਾਹ ਗਿਆ ਜਿਸ ਨੂੰ ਉਹਨੇ ਜਾਂ ਪਹਿਲਾਂ ਤੋਰਿਆ ਹੁੰਦਾ ਜਾਂ ਤਰਵਾਇਆ ਹੁੰਦਾ। ਪਰ ਅਸੀਂ ਇਹ ਕਿਉਂ ਭੁੱਲ ਜਾਂਦੇ ਆ ਵੀ ਅੱਜ ਅਸੀਂ ਕਿਸੇ ਮਾਂ ਦਾ ਪੁੱਤ ਮਾਰ ਰਹੇ ਹਾਂ ਯਾਰ, ਤੇ ਕੱਲ ਨੂੰ ਸਾਡਾ ਵੀ ਨੰਬਰ ਆਉਣਾ ਹੈ। ਕਿਵੇਂ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਜਾਂਦੀਆਂ, ਕਿਵੇਂ ਵਿਚਾਰਾ ਉਹ ਆਪਣੀ ਜਾਨ ਬਚਾਉਣ ਦੀ ਭੱਜ ਕੇ ਕੋਸ਼ਿਸ਼ ਕਰਦਾ ਪਰ ਨਹੀਂ ਬਚਾ ਸਕਿਆ। ਕੀ ਰੌਲਾ ਸੀ ਬਈ? ਕੋਈ ਇੱਜ਼ਤ ਦਾ ਰੌਲਾ ਹੈ, ਕੋਈ ਕੁੜੀ ਕਤਰੀ ਦਾ ਰੌਲਾ ਹੈ, ਕੋਈ ਜ਼ਮੀਨ ਦਾ, ਕੋਈ ਵੱਟ ਦਾ, ਕੋਈ ਖਾਲ ਦਾ ਰੌਲਾ ਹੈ। ਰੌਲੇ ਹੈ ਕਾਹਦੇ ਆ ਯਾਰ? ਜਿਹੜੇ ਧੜੇ ਬਣ ਗਏ, ਗਰੁੱਪ ਬਣ ਗਏ, ਬੰਦੇ ਮਾਰੇ ਜਾ ਰਹੇ ਨੇ, ਮਰਵਾਏ ਜਾ ਰਹੇ ਨੇ, ਜ਼ਿੰਮੇਵਾਰੀਆਂ ਚੱਕੀਆਂ ਜਾ ਰਹੀਆਂ ਨੇ। ਰੌਲਾ ਕਿਹਦੀ ਗੱਲ ਦਾ? ਕਦੇ ਇਹ ਵੀ ਪੋਸਟ ਪਾ ਦਿਓ, ਸਾਂਝੀ ਕਰ ਦਿਓ, ਕਦੇ ਇਹ ਵੀ ਲਿਖ ਦਿਓ ਕਿ ਹਾਂ ਬਈ ਸਾਡਾ ਆਹ ਰੌਲਾ ਸੀ, ਇਸ ਨੂੰ ਤਾਂ ਮਾਰਿਆ ਹੈ। ਕਦੇ ਇਕੱਲੇ ਬੈਠ ਕੇ ਨਾ ਧਿਆਨ ਦੇ ਨਾਲ ਅੱਖਾਂ ਖੋਲ ਕੇ, ਦਿਮਾਗ ਖੋਲ ਕੇ ਉਸ ਪਰਿਵਾਰ ਦੇ ਹਾਲਤ ਦੇਖੋ। ਜਿੰਨੇ ਪੰਜਾਬ ਦੇ ਮੁੰਡੇ ਮਰੇ ਨੇ, ਉਹਨਾਂ ਦੇ ਮਾਵਾਂ ਦੇ, ਉਹਨਾਂ ਦੇ ਪਿਓ ਦੇ ਕੀ ਹਾਲਾਤ ਨੇ, ਉਹਨਾਂ ਦੀਆਂ ਘਰ ਵਾਲੀਆਂ ਜਿਹੜੀਆਂ ਵਿਚਾਰੀਆਂ ਜਵਾਨੀ ਦੇ ਵਿੱਚ ਰੰਡੀਆਂ ਹੋ ਗਈਆਂ, ਛੋਟੇ ਛੋਟੇ ਜਵਾਕ ਵਿਚਾਰੇ ਜਿਨ੍ਹਾਂ ਦੇ ਬਾਪ ਦਾ ਸਾਇਆ ਜਿਹੜਾ ਉਹ ਸਿਰ ਤੋਂ ਚਲਿਆ ਗਿਆ। ਕਦੇ ਉਹਨਾਂ ਦੇ ਹਾਲਾਤ ਦੇਖਿਆ, ਕਦੇ ਉਹਨਾਂ ਦੇ ਦੁੱਖ ਦਰਦ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ? ਪਤੰਦਰੋ ਅੱਜ ਆਓ ਮਾਰਤਾ, ਕੱਲ ਨੂੰ ਆ ਤੁਸੀਂ ਦੇਖ ਲਿਓ। ਆਉਣ ਵਾਲੇ 10-20 ਦਿਨਾਂ ਦੇ ਵਿੱਚ ਕੋਈ ਹੋਰ ਖਬਰ ਆਈ ਪਈ ਹੋਣੀ ਹੈ ਵੀ ਹਾਂ ਜੀ ਹੁਣ ਆਹ ਮੁੰਡਾ ਮਾਰਤਾ, ਹੁਣ ਦੂਜੇ ਗਰੁੱਪ ਨੇ ਜ਼ਿੰਮੇਵਾਰੀ ਲੈ ਲਈ ਵੀ ਅਸੀਂ ਮਾਰਤਾ ਜੀ। ਇਹ ਕਹਾਣੀ ਖੜੂਗੀ ਕਿੱਥੇ ਜਾ ਕੇ? ਇਹਦਾ ਕੋਈ ਅੰਤ ਹੈ? ਲੱਖਾ ਸਿਧਾਣਾ ਨੇ ਵਿੱਕੀ ਮਿੱਡੂ ਖੇੜਾ ਦੇ ਸੰਸਕਾਰ ਵਾਲੇ ਦਿਨ ਪਾਈਆਂ ਲੱਡੂ ਵੰਡਣ ਦੀਆਂ ਪੋਸਟਾਂ ਨੂੰ ਲੈ ਕੇ ਅਕਾਲੀ ਦਲ ਨੂੰ ਲੰਮੇ ਹੱਥੀ ਲਿਆ। ਲੱਖਾ ਸਿਧਾਣਾ ਨੇ ਦੋਸ਼ ਲਾਇਆ ਕਿ ਗੈਂਗਸਟਰਾਂ ਨੂੰ ਪੈਦਾ ਕਰਨ ਵਾਲੇ, ਵਰਤਣ ਵਾਲੇ ਅਤੇ ਮਰਵਾਉਣ ਵਾਲੇ ਸਿਰਫ ਅਤੇ ਸਿਰਫ ਸਿਆਸਤਦਾਨ ਹੀ ਨੇ। ਆ ਤੁਸੀਂ ਦੇਖ ਲਓ, ਆ ਜਿਹੜੇ ਸਿਆਸਤਦਾਨ ਨੇ ਇਹੀ ਪੈਦਾ ਕਰਦੇ ਨੇ, ਇਹੀ ਆਪਣੇ ਕੰਮਾਂ ਲਈ ਵਰਤਦੇ ਨੇ, ਇਹੀ ਮਰਵਾ ਵੀ ਦਿੰਦੇ ਨੇ। ਆ ਦੇਖੋ, ਕਹਿਰ ਦੀ ਮੌਤ ਸੀ, ਇੱਕ ਨੌਜਵਾਨ ਮਰਿਆ। ਜੇ ਵਿੱਕੀ ਦੀ ਆਪਾਂ ਗੱਲ ਕਰ ਲਈਏ ਤਾਂ ਵਿੱਕੀ ਸੀ ਜਿਹੜਾ ਮਿੱਡੂ ਖੇੜਾ, ਜਿਹੜਾ ਅਕਾਲੀ ਦਲ ਬਾਦਲ ਹੈ, ਇਹਨਾਂ ਦਾ ਬੜੇ ਲੰਬੇ ਸਮੇਂ ਤੋਂ, ਮੈਂ ਵਿੱਕੀ ਨੂੰ ਜਾਣਦਾ ਸੀ ਕਾਫੀ ਲੰਬੇ ਸਮੇਂ ਤੋਂ, ਸਾਡਾ ਮਿੱਤਰ ਸੀ ਟੁੱਪਲਾ ਬੜਵਰ, ਉਹਦੇ ਰਾਹੀਂ ਅਸੀਂ ਵੀ, ਸਾਡੀ ਜਾਣ ਪਛਾਣ ਸੀ। ਕਈ ਵਾਰੀ ਵਿੱਕੀ ਨੂੰ ਮਿਲੇ ਵੀ ਆ। ਵਧੀਆ ਚੰਗੇ ਸੁਭਾਅ ਦਾ ਨੌਜਵਾਨ ਸੀ ਯਾਰ, ਹਰ ਇੱਕ ਨਾਲ ਹੱਸ ਕੇ ਮਿਲਣ ਵਾਲਾ ਨੌਜਵਾਨ ਸੀ। ਕਿ ਮੈਂ ਨਹੀਂ ਦੇਖਿਆ ਜੀ ਕਦੇ ਵਿੱਕੀ ਦੇ ਮੱਥੇ ਤੇ ਵੱਟ ਪਿਆ ਹੋਇਆ। ਤਾਂ ਉਸ ਨੌਜਵਾਨ ਨੇ ਸੋਈ ਦਾ ਜਿਹੜਾ ਇਹਨਾਂ ਦੀ ਬਣਾਈ ਹੋਈ SOI ਹੈ, ਬਾਦਲ ਜਥੇਬੰਦੀ ਦੀ, ਇਹਨਾਂ ਦੀ ਪਾਰਟੀ ਦੀ, ਤਾਂ ਉਹਦੇ ਵਿੱਚ ਉਹਨੇ ਬੜੀ ਸਰਗਰਮ ਭੂਮਿਕਾ ਨਿਭਾਈ। ਯੂਨੀਵਰਸਿਟੀ ਦੀਆਂ ਚੋਣਾਂ ਹੋਣ, ਉਹਦੇ ਵਿੱਚ ਉਹਨੇ ਬਹੁਤ ਵਧੀਆ ਭੂਮਿਕਾ ਨਿਭਾ ਕੇ ਸੋਈ ਵੱਲੋਂ ਪ੍ਰਧਾਨ ਵੀ ਬਣਾਇਆ। ਪਹਿਲਾਂ ਸੋਕੂ ਵੱਲੋਂ ਉਹ ਲੜਦੇ ਰਹੇ। ਵਿਦਿਆਰਥੀ ਜਿਹੜੀ ਜਥੇਬੰਦੀਆਂ ਦੀ ਰਾਜਨੀਤੀ ਆ, ਉਹਦੇ ਵਿੱਚ ਵੀ ਬੜਾ ਸਰਗਰਮ ਰਿਹਾ ਵਿੱਕੀ। ਤਾਂ ਦੁੱਖ ਪਤਾ ਕਿਹੜੀ ਗੱਲ ਦਾ ਹੋਇਆ ਕਿ ਪੰਜਾਬ ਦੇ ਨੌਜਵਾਨੋਂ, ਪੰਜਾਬ ਦੇ ਲੋਕੋ, ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਕਿ ਆਪਣੀ ਅਕਲ ਨੂੰ ਹੱਥ ਮਾਰੋ। ਇਹ ਲੋਕ ਜਿਹੜੇ ਆ ਸਿਆਸੀ ਲੋਕ ਨੇ ਨਾ, ਇਹ ਕਿਸੇ ਦੇ ਸਕੇ ਨਹੀਂ ਹੈ। ਇਹ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਸਕੇ ਆ? ਜੇ ਸਿੱਧੂ ਦੀ ਪ੍ਰਧਾਨਗੀ ਦਾ ਧਿਆਨ ਰੱਖਿਆ ਜਾਂਦਾ ਹੈ, ਐਕਸੀਡੈਂਟ ਦੇ ਵਿੱਚ 3 ਜਣਿਆਂ ਦੀਆਂ ਮੌਤਾਂ ਹੋ ਜਾਂਦੀਆਂ ਨੇ, ਦੇਖਿਆ ਕਿੱਡਾ ਫਾਹ ਪੈਂਦਾ ਸੀਗਾ ਜੇ 2 ਦਿਨ 4 ਦਿਨ ਹਫ਼ਤਾ 10 ਦਿਨ ਲੇਟ ਰੱਖ ਲੈਂਦੇ ਵੀ ਭਾਈ ਕੋਈ ਗੱਲ ਨਹੀਂ, ਠਹਿਰ ਕੇ ਰੱਖ ਲਾਂਗੇ। ਸਾਡੇ ਜਿਹੜੇ ਇੱਥੇ ਆ ਰਹੇ ਸੀਗੇ ਪ੍ਰਧਾਨਗੀ ਸਮਾਰੋਹ ਦੇ ਵਿੱਚ ਸ਼ਰੀਕ ਹੋਣ ਦੇ ਲਈ, ਉਹਨਾਂ ਦੀ ਮੌਤ ਹੋ ਗਈ। ਪਰ ਨਹੀਂ, ਆ ਵਿੱਕੀ ਦਾ ਦੇਖ ਲਓ, ਉਧਰੋਂ ਉਸ ਨੌਜਵਾਨ ਦਾ ਸੇਵਾ ਕਰ ਰਿਹਾ, ਉਧਰੋਂ ਆ ਬਾਦਲ ਪਰਿਵਾਰ ਟਿਕਟਾਂ ਵੰਡੀ ਜਾਂਦੇ ਆ। 12-13 ਬੰਦੇ ਇਹਨਾਂ ਨੇ, ਕੱਲ ਦਾ ਸੰਸਕਾਰ ਸੀਗਾ, ਕੱਲ ਇਹਨਾਂ ਨੇ 12-13 ਬੰਦਿਆਂ ਨੂੰ
ਇੰਚਾਰਜ ਲਾਇਆ, ਹਲਕਿਆਂ ਦੇ ਟਿਕਟਾਂ ਦਿੱਤੀਆਂ ਇੱਕ ਹਿਸਾਬ ਦੇ ਨਾਲ, ਲੱਡੂ ਵੰਡੇ ਗਏ, ਫੋਟੋਆਂ ਪਾਈਆਂ ਗਈਆਂ ਸੋਸ਼ਲ ਮੀਡੀਆ ਦੇ ਉੱਤੇ। ਇਹ ਇੰਨਾ ਕੁ ਦੁੱਖ ਮਨਾਉਂਦੇ ਆ। ਕਿਸੇ ਮਾਂ ਦਾ ਪੁੱਤ ਮਰਦਾ ਹੈ, ਕਿਸੇ ਦਾ ਭਰਾ ਮਰਦਾ ਹੈ, ਕਿਸੇ ਦੇ ਘਰ ਵਾਲਾ ਮਰਦਾ ਹੈ, ਇਹਨਾਂ ਨੂੰ ਕੋਈ ਫਰਕ ਨਹੀਂ। ਇਹਨਾਂ ਲਈ ਸਾਡੇ ਪੰਜਾਬ ਦੇ ਨੌਜਵਾਨ ਦੀ ਜਿਹੜੀ ਕੀਮਤ ਹੈ, ਜਿਹੜੀ ਅਹਿਮੀਅਤ ਹੈ, ਉਹ ਸਿਰਫ ਜਿਵੇਂ ਕੋਈ ਟਿੱਡੀ ਜਾਂ ਪਰਤੀਹੀ ਆਪਾਂ ਮਾਰ ਦਿੰਦੇ ਆ, ਜਾਂ ਮੱਛਰ ਕੋਈ ਬੰਦਾ ਮਾਰ ਦਿੰਦਾ, ਜਾਂ ਮੱਖੀ ਮਾਰ ਦਿੰਦਾ, ਇੰਨੀ ਕੁ ਕੀਮਤ ਹੈ ਇਹਨਾਂ ਦੀ ਜ਼ਿੰਦਗੀ ਦੇ ਵਿੱਚ, ਇਹਨਾਂ ਦੀਆਂ ਨਜ਼ਰਾਂ ਦੇ ਵਿੱਚ, ਸਾਡੀਆਂ ਨੌਜਵਾਨਾਂ ਦੀਆਂ ਜ਼ਿੰਦਗੀਆਂ ਦੀਆਂ। ਇੱਥੇ ਅਸੀਂ ਚੱਕ ਕੇ ਦੂੰਬੜਾਂ ਦੇ ਮਗਰ ਲੱਗੇ ਫਿਰਦੇ ਆ ਫਲਾਨਾ ਪ੍ਰਧਾਨ ਹੈ ਜੀ, ਅਮੀਰ ਪ੍ਰਧਾਨ ਹੈ ਜੀ, ਆ ਸੋਈ ਦਾ ਪ੍ਰਧਾਨ ਹੈ ਜੀ, ਆ ਫਲਾਨਾ ਸਾਡਾ ਨੌਜਵਾਨ ਸਭਾ ਬਣੀ ਉਹਦਾ ਪ੍ਰਧਾਨ ਹੈ ਜੀ। ਲਾਲ ਦਾ ਮਗਰ ਸਾਡੇ ਪੁੱਛਾਂ ਨੌਜਵਾਨਾਂ ਦੇ, ਤੇ ਸਾਡੇ ਨੌਜਵਾਨ ਇੰਨੇ ਵੀ ਹੁੱਬੇ ਫਿਰਦੇ ਹੁੰਦੇ ਆ ਕਿ ਹਾਂ ਜੀ ਮੈਂ ਬਾਦਲ ਪਾਰਟੀ ਦਾ ਫਲਾਨਾ ਪ੍ਰਧਾਨ ਹੈ, ਫਲਾਨਾ ਚੇਅਰਮੈਨ ਹੈ, ਫਲਾਨਾ ਮੈਂ ਸਕੱਤਰ ਹੈ, ਮੈਂ ਜੀ ਕਾਂਗਰਸ ਪਾਰਟੀ ਦਾ। ਅੱਜ ਮੈਂ ਦੇਖਦਾ ਤਾਂ ਦੁੱਖ ਇਸ ਗੱਲੋਂ ਹੋਇਆ ਕਿ ਯਾਰ ਇੰਨੀ ਮਿਹਨਤ ਕਰਨ ਵਾਲਾ ਨੌਜਵਾਨ ਇਹਨਾਂ ਦੀ ਪਾਰਟੀ ਦੀ ਖਾਤਰ, ਜਦੋਂ ਕਿ ਹਾਲਾਤ ਇਹ ਜਿਹੇ ਨੇ ਕਿ ਅੱਜ ਹਰ ਨੌਜਵਾਨ ਆ ਦੋਨਾਂ ਜਿਹੜੀਆਂ ਪਾਰਟੀਆਂ, ਚਾਹੇ ਕਾਂਗਰਸੀ ਹੋਣ ਚਾਹੇ ਬਾਦਲ ਵਾਲੇ ਹੋਣ, ਇਹਨੂੰ ਗਾਲਾਂ ਕੱਢਦਾ ਅਗਲਾ। ਜਦੋਂ ਇੰਨੀ ਨਫ਼ਰਤ ਕਰਦੇ ਨੇ ਨੌਜਵਾਨ ਕਿ ਬੇੜਾ ਗਰਕ ਕਰਤਾ ਇਹਨਾਂ ਨੇ ਪੰਜਾਬ ਦਾ, ਪੰਜਾਬੀਅਤ ਦਾ, ਪੰਜਾਬ ਦੀ ਜਵਾਨੀ ਦਾ। ਇਹਦੇ ਬਾਵਜੂਦ, ਇਹਨੇ ਵਿਰੋਧ ਦੇ ਬਾਵਜੂਦ ਵੀ ਇਹ ਜਿਹੇ ਨੌਜਵਾਨ ਇਹਨਾਂ ਨਾਲ ਲੱਗ ਕੇ ਤੁਰੇ, ਲੋਕਾਂ ਦੀਆਂ ਗਾਲਾਂ ਵੀ ਖਾਂਦੇ ਨੇ। ਸੱਜਣ ਮਿੱਤਰ ਵੀ ਸਾਡੇ ਵਰਗੇ ਵੀ ਕਹਿੰਦੇ ਰਹਿੰਦੇ ਵੀ ਕਿੱਧਰ ਤੁਰ ਪਏ, ਮਾੜੇ ਬੰਦਿਆਂ ਨਾਲ ਕਿਉਂ ਜੁੜ ਗਏ। ਉਹਨਾਂ ਦੀ ਖਾਤਰ ਇੰਨੀ ਮਿਹਨਤ ਕੀਤੀ ਹੋਵੇ ਤੇ ਕੀ ਜਿਹੜੀਆਂ ਟਿਕਟਾਂ ਵੰਡੀਆਂ ਗਈਆਂ, ਲਾਏ ਗਏ ਹਲਕਿਆਂ ਦੇ ਇੰਚਾਰਜ, ਕੀ ਹਫ਼ਤਾ 10 ਦਿਨ ਠਹਿਰ ਕੇ ਨਹੀਂ ਸੀ ਲੱਗ ਸਕਦੇ? ਪਰ ਸਾਨੂੰ ਅਕਲ ਉਕਲ ਨਹੀਂ ਆਉਣੀ। ਇੱਕ ਮਰਿਆ, ਹੋਰ ਮਰਨਗੇ 10, 20, 50 ਹੋਰ ਮਰਨਗੇ, ਪਰ ਸਾਡੇ ਪੱਲੇ ਗੱਲਾਂ ਨਹੀਂ ਪੈਣ ਵਾਲੀਆਂ। ਲੱਖਾ ਸਿਧਾਣਾ ਨੇ ਨੌਜਵਾਨਾਂ ਦੇ ਕਤਲਾਂ ਤੇ ਦੁੱਖ ਪ੍ਰਗਟਾਉਂਦਿਆਂ ਦੋਸ਼ ਲਾਇਆ ਕਿ ਸਿਆਸਤਦਾਨ ਨੌਜਵਾਨਾਂ ਨੂੰ ਆਪਣੀ ਮਰਜ਼ੀ ਨਾਲ ਵਰਤ ਰਹੇ ਨੇ, ਜਦਕਿ ਇਹਨਾਂ ਦੀਆਂ ਮੌਤਾਂ ਨਾਲ ਲੀਡਰਾਂ ਨੂੰ ਕੋਈ ਵੀ ਫਰਕ ਨਹੀਂ ਪੈਂਦਾ। ਪਰ ਇਹਨਾਂ ਨੌਜਵਾਨਾਂ ਦੀਆਂ ਮੌਤਾਂ ਨਾਲ ਕਈ ਪਰਿਵਾਰ ਉਜੜ ਜਾਂਦੇ ਨੇ। ਠੀਕ ਹੈ, ਪਰ ਹਾਲਾਤ ਬਣੀ ਜਾਂਦੇ ਨੇ, ਪੰਜਾਬ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ। ਕੁਲਵੀਰ ਦੀ ਆਪਾਂ ਗੱਲ ਕਰ ਲਈਏ, ਕੁਲਵੀਰ ਵੀ ਕਿਤੇ ਨਾ ਕਿਤੇ ਇਹਨਾਂ ਨਾਲ ਜੁੜਿਆ ਰਿਹਾ, ਬਾਦਲਾਂ ਦੇ ਨਾਲ। ਉਹਦੇ ਵੀ ਦੇਖ ਲਓ ਕਿੰਨਾ ਦੁੱਖ ਮਨਾਇਆ, ਕਿਹੜੀ ਜਾਂਚ ਹੋਈ ਹੈ, ਕਿਹੜੀਆਂ ਪੜਤਾਲਾਂ ਹੋਈਆਂ ਨੇ। ਅੱਜ ਇਹਨਾਂ ਦੇ ਵੱਡੇ ਵੱਡੇ ਬਿਆਨ ਆ ਜਾਣਗੇ ਕਿ ਜਾਂਚਾਂ ਕਰਾਵਾਂਗੇ, ਪੜਤਾਲਾਂ ਕਰਾਵਾਂਗੇ, ਦੋਸ਼ੀਆਂ ਨੂੰ ਸਜ਼ਾਵਾਂ ਦਿਵਾਵਾਂਗੇ। ਹੋਣਾ ਕੱਖ ਨਹੀਂ। ਇੱਥੇ ਮਰ ਜਾਂਦਾ, ਕਿਸੇ ਦਾ ਮਰ ਜਾਂਦਾ, ਇਹਨਾਂ ਦਾ ਕੀ ਜਾਂਦਾ। ਇਹ ਉਹ ਲੋਕ ਨੇ ਜਿਹੜੇ ਮੌਤਾਂ ਦੇ ਵੀ ਸਿਆਸਤ ਕਰਦੇ ਨੇ, ਲਾਸ਼ਾਂ ਦੇ ਉੱਤੇ ਵੀ ਆਪਣੀ ਰਾਜਨੀਤੀ ਕਰਦੇ ਆਏ ਨੇ ਤੇ ਕਰਦੇ ਰਹਿਣਗੇ। ਪਰ ਸਾਨੂੰ ਅਕਲ ਨਹੀਂ ਆਉਣੀ। ਅਸੀਂ ਐਂ ਬਲੀ ਦੇ ਬੱਕਰੇ ਬਣਨਾ, ਐਂ ਅਸੀਂ ਇਸ ਸਿਆਸਤ ਗੰਦੀ ਦੀ ਭੇਡ ਚੜ੍ਹਦੇ ਰਹਿਣਾ ਸਾਡੇ ਨੌਜਵਾਨਾਂ ਨੇ। ਅਖੀਰ ਤੇ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਤੁਹਾਨੂੰ ਇਹੀ ਕਹਿਣਾ ਚਾਹੁੰਦਾ ਕਿ ਭਰਾਵੋ, ਇਹ ਛੱਡ ਦਿਓ ਯਾਰ ਕੰਮ, ਇਹ ਚੰਗਾ ਕੰਮ ਨਹੀਂ ਹੈ। ਕਿਉਂ ਅਸੀਂ ਕਿਸੇ ਮਾਂ ਦੀਆਂ ਅੰਦਰਾਂ ਨੂੰ ਬਲੂੰਦਰ ਦਿੰਦੇ ਆ, ਕਿਸੇ ਭੈਣ ਦੇ ਸੁਪਨਿਆਂ ਨੂੰ ਅਸੀਂ ਚਕਨਾਚੂਰ ਕਰ ਦਿੰਦੇ ਆ। ਉਹਨਾਂ ਜਿਉਂਦਿਆਂ 'ਚ ਨਾ ਮਰਿਆਂ 'ਚ। ਯਾਰ ਜਿਹੜਾ ਮਰਦਾ ਬਾਈ ਉਹਨੂੰ ਪਤਾ ਲੱਗਦਾ ਹੈ, ਉਹਦੇ ਪਰਿਵਾਰ ਨੂੰ ਪਤਾ ਲੱਗਦਾ ਹੈ। ਠੀਕ ਹੈ, ਲੋਕਾਂ ਦਾ ਤਮਾਸ਼ਾ ਹੁੰਦਾ ਹੈ, ਕੋਈ ਇਹ ਜਿਹੀਆਂ ਮੌਤਾਂ ਤੇ ਕੋਈ ਚੈਨਲ TRP ਵਾਲੇ ਹੁੰਦੇ ਨੇ, ਪੈਸਾ ਕਮਾਉਂਦੇ ਨੇ, ਕੋਈ ਸਿਆਸਤਦਾਨ ਹੁੰਦੇ ਨੇ ਇਹ ਜਿਹੀਆਂ ਮੌਤਾਂ ਤੇ ਨੌਜਵਾਨਾਂ ਦੀਆਂ ਤੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ। ਪਰ ਜਿਹੜੀ ਕੋਈ 25 ਸਾਲ ਦੀ ਜਦੋਂ ਨੌਜਵਾਨ ਮਟਿਆਰ ਰੰਡੀ ਹੁੰਦੀ ਹੈ ਨਾ, ਉਹਦਾ ਦੁੱਖ ਪੁੱਛ ਕੇ ਦੇਖੋ। ਜਦੋਂ ਇੱਕੋ ਇੱਕ ਮਾਂ ਦਾ ਪੁੱਤ ਐ ਭੇਟ ਚੜਦਾ ਹੈ ਤੇ ਉਸ ਬਾਪ ਨੂੰ ਪੁੱਛੋ ਜਿਹਦੇ ਮੋਢਿਆਂ ਦੇ ਉੱਤੇ ਉਸ ਨੌਜਵਾਨ ਪੁੱਤ ਦੀ ਲਾਸ਼ ਜਾਂਦੀ ਹੈ ਸਿਰਾਂ ਨੂੰ, ਉਹਦਾ ਦੁੱਖ ਫਰੋਲ ਕੇ ਦੇਖਿਓ ਕਦੇ। ਬਹੁਤ ਸੌਖਾ ਹੈ ਘੋੜਾ ਦੱਬ ਦੇਣਾ, ਬੰਦੇ ਸੌਖੇ ਨਹੀਂ ਮਿਲਦੇ। ਸਾਡੇ ਤਾਂ ਪਹਿਲੇ ਪੰਜਾਬ 'ਚ ਕਾਲ ਪਿਆ ਇੱਕ ਜਵਾਬ ਸਾਡੇ ਲੋਕਾਂ ਦੇ ਰਹਿ ਗਿਆ। ਉਹ ਸਾਡਾ ਕੋਈ ਚਿੱਟੇ ਨਾਲ ਮਰ ਗਿਆ, ਕੋਈ ਪੁਲਿਸ ਨੇ ਮਾਰਤਾ ਗੋਲੀ ਮਾਰ ਕੇ, ਕੋਈ ਆਪਸ ਵਿੱਚ ਗੈਂਗਵਾਰ ਦੇ ਵਿੱਚ ਆਪਸੀ ਦੁਸ਼ਮਣੀਆਂ ਦੇ ਵਿੱਚ ਜਿਹੜਾ ਇੱਕ ਦੂਜੇ ਨੂੰ ਮਰੀ ਮਰਾਈ ਜਾਂਦੇ ਆ।
ਇੱਕ ਗੱਲ ਮੈਂ ਤੁਹਾਨੂੰ ਅਖੀਰ ਤੇ ਇਹ ਕਹੂੰਗਾ ਕਿ ਭੁੱਲ ਜਾਓ ਇਹ ਗੱਲ ਵੀ ਅੱਜ ਤੁਸੀਂ ਇੱਕ ਇਨਸਾਨ ਦੀ ਜ਼ਿੰਦਗੀ ਖੋ ਰਹੇ ਹੋ, ਇੱਕ ਪਰਿਵਾਰ ਨੂੰ ਖਤਮ ਕਰ ਰਹੇ ਹੋ। ਇੱਕ ਪਰਿਵਾਰ ਨੇ ਕਈ ਪਰਿਵਾਰ ਮਰਦੇ ਨੇ ਉਸ ਇਨਸਾਨ ਦੇ ਨਾਲ। ਉਹਦੀ ਮਾਂ, ਉਹਦੇ ਘਰ ਵਾਲਾ, ਉਹਦਾ ਗਾਂ ਸਹੁਰਾ ਪਰਿਵਾਰ, ਕਿੰਨੇ ਉਹਦੇ ਸੱਜਣ ਮਿੱਤਰ ਨਾਲ ਜੁੜੇ ਹੁੰਦੇ ਨੇ, ਉਹਦੇ ਚਾਚੇ ਤਾਏ, ਉਹਦੇ ਹੋਰ ਜਿੰਨੇ ਰਿਸ਼ਤੇਦਾਰ ਨੇ, ਕਿੰਨੇ ਬੰਦੇ ਮਰ ਜਾਂਦੇ ਨੇ ਇੱਕ ਬੰਦੇ ਦੇ ਮਰਨ ਦੇ ਨਾਲ। ਸੋ ਭੁਲੇਖਾ ਕੱਢ ਦਿਓ ਕਿ ਅਸੀਂ ਬੰਦੇ ਮਾਰ ਕੇ ਨਾਂ ਚਲਾ ਲਾਂਗੇ। ਨਾਂ ਨੂੰ ਇੱਥੇ ਕਿਹਨੇ ਚੱਲੇ ਨੇ, ਕਿਹਨੇ ਚੱਲਣੇ ਆ, ਕਿੰਨੇ ਹੀ ਇੱਥੇ ਆਏ ਤੇ ਕਿੰਨੇ ਹੀ ਗਏ ਨਾਮਾਂ ਵਾਲੇ। ਆਪ ਚੱਕ ਕੇ ਦੇਖ ਲਿਓ, ਜੇ ਅੱਜ ਤੁਸੀਂ ਮਾਮਾ ਦੇ ਕੋਈ ਪੁੱਤ ਮਾਰੋਗੇ ਤਾਂ ਹਸਰ ਤੁਹਾਡਾ ਵੀ ਇਹੀ ਹੋਣਾ। ਤੁਹਾਨੂੰ ਬੇਨਤੀ ਕਰਦਾ ਕਿ ਮੇਰਾ ਵੀਰ ਇਹ ਕੰਮ ਨੂੰ ਬੰਦ ਕਰ ਦਿਓ ਯਾਰ। ਨਾ ਆਪਾਂ ਇੱਕ ਦੂਜੇ ਨੂੰ ਇਸ ਤਰ੍ਹਾਂ ਮਰੀਏ ਮਰਾਈਏ, ਨਾ ਇਸ ਤਰ੍ਹਾਂ ਦੀਆਂ ਕਹਾਣੀਆਂ ਬਣਨ। ਦੱਸ ਦਈਏ ਕਿ ਬੀਤੇ ਦਿਨੀ ਮੋਹਾਲੀ ਵਿੱਚ ਅਕਾਲੀ ਦਲ ਦੇ ਯੂਥ ਆਗੂ ਵਿੱਕੀ ਮਿੱਡੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਦੀ ਜ਼ਿੰਮੇਵਾਰੀ ਫੇਸਬੁੱਕ ਪੋਸਟ ਰਾਹੀਂ ਦਵਿੰਦਰ ਬੰਬੀਹਾ ਗਰੁੱਪ ਨੇ ਲਈ ਸੀ ਅਤੇ ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗਰੁੱਪ ਨੇ ਦਵਿੰਦਰ ਬੰਬੀਹਾ ਦੇ ਉਲਟ ਪੋਸਟ ਪਾਉਂਦਿਆਂ ਇਸ ਦੇ ਜਵਾਬ ਵਿੱਚ ਇੱਕ ਦੇ 4 ਮਾਰਨ ਦੀ ਗੱਲ ਆਖੀ ਸੀ, ਜਦਕਿ ਇਸ ਮਾਮਲੇ ਵਿੱਚ ਹੁਣ ਕਈ ਹੋਰਨਾਂ ਲੋਕਾਂ ਦੇ ਨਾਮ ਵੀ ਪੁਲਿਸ ਵੱਲੋਂ ਲਏ ਜਾ ਰਹੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।